ਇਹ ਜਿਹੜਾ ਮਨ ਦੇ ਪਿੱਛੇ ਲੱਗਣਾ ਨਾ, ਇਹ ਛੱਡਣਾ ਪਏਗਾ। ਤਾਂ ਹੀ ਜਿਹੜਾ ਮਨੁੱਖ ਹੈ ਉਹ ਠੀਕ ਰਸਤੇ ਤੇ ਆ ਸਕਦਾ। ਗੁਰੂ ਅਮਰਦਾਸ ਜੀ ਦਾ ਫਰਮਾਨ, ਇਸ ਮਨ ਕੋ ਕੋਈ ਖੋਜੋ ਭਾਈ। ਉਹ ਇੱਕ ਦੁਹਾਈ ਦਿੰਦੇ ਜੇ ਸਾਨੂੰ ਸਾਰਿਆਂ ਨੂੰ ਕਿ ਇਹ ਮੇਰੇ ਭਰਾਵੋ, ਇਸ ਮਨ ਦੀ ਸੁੱਧ ਲਵੋ, ਇਹਦਾ ਹਾਲ ਪਤਾ ਕਰੋ ਕਿ ਇਹ ਕਿਸ ਰੰਗ ਦੇ ਵਿੱਚ ਹੈ, ਤੇ ਫਿਰ ਇਹ ਬੁੱਝ ਕੇ ਫਿਰ ਇਹਦਾ ਕੋਈ ਇਲਾਜ ਕਰੋ, ਇਹਨੂੰ ਲਵਾਰਸ ਨਾ ਛੱਡੋ। ਜਿਵੇਂ ਕੱਲ ਆਪਾਂ ਗੱਲ ਕਰ ਰਹੇ ਸੀ ਕਿ ਤਿਆਰੀ ਕਰੀਏ, ਤਾਂ ਤਿਆਰੀ ਦੇ ਵਿੱਚ ਜਿਹੜਾ ਮਨ ਆ ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਅਸੀਂ ਆਪਣੀ ਬਾਹਰਲੀ ਬੋਡੀ ਜਿਹੜੀ ਹੈ ਇਹਦਾ ਤੇ ਬਹੁਤ ਧਿਆਨ ਰੱਖਦੇ ਹਾਂ। ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ, ਇਹਦੇ ਉੱਤੇ ਤੇ ਮਾੜਾ ਜਿਹਾ ਧੱਬਾ ਲੱਗ ਜੇ ਤੇ ਅਸੀਂ ਉਹ ਉਸੇ ਵੇਲੇ ਸਾਫ਼ ਕਰ ਲੈਂਦੇ ਹਾਂ। ਸਾਡੇ ਕੱਪੜੇ ਤੇ ਧੱਬਾ ਲੱਗ ਜੇ ਤੇ ਤਾਂ ਅਸੀਂ ਡਰਾਈ ਕਲੀਨ ਕਰਾ ਲੈਂਦੇ ਹਾਂ। परंतु जन्म जन्म की इस मन को मल लागी, काला हुआ स्याओ, ਇਹਦੇ ਉੱਤੇ ਪਤਾ ਨਹੀਂ ਕਿੰਨੀ ਕੁ ਮੈਲ ਚੜੀ ਹੋਈ ਹੈ, ਇਹਦੀ ਅਸੀਂ ਚਿੰਤਾ ਨਹੀਂ ਕਰ ਰਹੇ। ਇਹਦੀ ਚਿੰਤਾ ਕਰਨੀ ਬਹੁਤ ਜ਼ਰੂਰੀ ਹੈ। ਗੁਰਬਾਣੀ ਦਾ ਗਿਆਨ ਇਹ ਵੀ ਦੱਸਦਾ ਹੈ ਕਿ ਇਹ ਜਿਹੜਾ ਮਨ ਹੈ ਨਾ, ਇਹ ਸਾਡੀ ਬੋਡੀ ਤੋਂ ਅਲੱਗ ਹੋ ਜਾਂਦਾ ਹੈ। ਜਦੋਂ ਸਾਡੀ ਡੈਥ ਹੋ ਜਾਂਦੀ ਹੈ, ਮਾइंड अलग हो जाता है, और साढ़े जन्म तो पहला भी मन की होंद मौजूद सी। ध्यान नाल सुनना, मन बॉडी का पार्ट है, नो डाउट, परंतु मन बॉडी का गुलाम नहीं है। ये स्वतंत्र हस्ती है बॉडी तो। जदों ये बॉडी नहीं सी उदों ही मन सी, और जदों बॉडी नहीं रहेगी उदों भी मन का अस्तित्व रहेगा। बुद्ध धर्म दे विच एक बड़ी वड्डी गुंझल है, क्योंकि महात्मा बुद्ध आत्मा नूं नहीं मनदा ते परमात्मा नूं ही नहीं मनदा। बुद्ध धर्म तुहानूं शायद पता होएगा बहुतिआं नूं कि रब नूं नहीं मनदा, पर फिर भी वो एक धर्म है। परंतु वो कर्म सिद्धांत नूं मनदे ने, आवागमन नूं भी मनते हैं। मैं कई बार ये समझण का यतन किया कि भाई जे तुसी आत्मा नूं नहीं मनते, परमात्मा नूं भी नहीं मनते, फिर जीव का कर्म सिद्धांत का फैसला कौन करता? ते उहदा आवागमन किवें हुंदा, पुनर्जन्म किवें हुंदा? उन्हां कोले दा जवाब यही है कि मन जिहड़ा ना, मन वो रहिंदा अंतःकरण के रूप दे विच। मन जिहड़ा वो सदीवी होंदा उहदी, और वो अपने जिस तरह के कर्म कीते ने उसका अगला जन्म उस तरह का आटोमैटिकली हो जाता। रब की लोड़ नहीं उन्हां दे मुताबिक, कि वो आटोमैटिक एक सिस्टम आ कि उन्हें उस सुभाव के रूप में जन्म लै लेना अगला। सिद्ध गोष्ठ बाणी दे विच जदों ये बाणी तुहाडे सिलेबस च है, ये जो डिटेल च किते पढ़ोगे तो वो भी दसिया जाएगा। सिद्ध गोष्ठ दे विच ये सवाल सिद्धा ने कीता सी कि जदों ये देही नहीं हुंदी तां ये मन कित्थे हुंदा है? तां सिद्धा ने उस बाणी, गुरु साहब ने सिद्धा नूं समझाउण लई उस बाणी दे विच ये गल कही है, हिरदा देह ना होती औदू तो मन सुन रहे बैरागी। सुन अवस्था दे विच उस वेले मन किते ना किते टिकिया रहिंदा। सुन का मतलब तुहानूं पता, शून्यता, नथिंगनैस, एक बड़ा गंभीर विषय है। इहदे उत्ते हुण जे मैं विचार करांगा टाइम दूजे पासे लग जाएगा। वो जदों सिद्ध गोष्ठ की गल होएगी उहदे च सुन का संकल्प है, उत्थे असीं विचार करांगे। गुरबाणी मन नूं कंट्रोल च करन दे लई बड़े सौखे तरीके दसदी है, बहुत सौखे सरल, जिन्हों असी हर मनुख जिहड़ा वो बड़ा आसानी नाल अडॉप्ट कर सकता। सब तो पहला सुखमनी साहब का जे आपां वेखीए तो सुखमनी साहब दे विच गल कही गई है कि परमात्मा का जिहड़ा नाम है उहनूं हिरदे दे विच वसा के असी मन नूं किसी हद तक काबू कर सकते हैं।
ਮਨ ਪ੍ਰਬੋਧੋ ਹਰ ਕੈ ਨਾਏ, ਦਹਿ ਦਿਸ ਧਾਵਤ ਆਵੈ ਠਾਏ। ਇਹ ਵੇਖੋ, ਮਨ ਇੱਥੇ ਬੈਠਾ, ਅਸੀਂ ਪਤਾ ਨਹੀਂ ਇਹ ਬੈਠੇ ਸਰੀਰ ਇੱਥੇ ਆ, ਮਨ ਕਿਤੇ ਕਿਤੇ ਜਾ ਆ। ਕਿਸੇ ਦਾ ਅੱਜ ਵਿਆਹ ਦਾ ਫੰਕਸ਼ਨ ਹੈ, ਕਿਸੇ ਨੇ ਸੋਚਿਆ ਹੋਇਆ 1 ਵਜੇ ਤੋਂ ਬਾਅਦ ਮੈਂ ਉੱਥੇ ਜਾਵਾਂਗਾ। ਕਈਆਂ ਨੇ ਨਜ਼ਾਰਾ ਲੈ ਲਿਆ ਕਿ ਉੱਥੇ ਹੁਣ ਕੀ ਹੁੰਦਾ ਹੋਣਾ, ਮਿਲਣੀ ਹੁੰਦੀ ਹੋਣੀ ਹੈ। ਕਈਆਂ ਨੇ ਸੋਚਿਆ ਹੋਣਾ ਪਕੌੜੇ ਤੇ ਵਰਤ ਗਏ ਹੋਣੇ, ਪਤਾ ਨਹੀਂ ਇਹ ਕਿੱਥੇ ਕਿੱਥੇ ਹੋ ਆਉਂਦਾ। ਦਹਿ ਦਿਸ ਧਾਵਤ ਆਵੇ ਠਾਏ, ਇਹ ਟਿਕਾਣੇ ਤੇ ਆ ਜਾਂਦਾ, ਵਿਸਰਾਮ ਦੀ ਅਵਸਥਾ ਦੇ ਵਿੱਚ ਆ ਜਾਂਦਾ ਜੇ ਅਸੀਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਵਸਾ ਲਈਏ। ਦੂਜਾ ਜਿਹੜਾ ਸਾਧਨ ਦੱਸਿਆ ਗਿਆ ਉਹ ਗੁਰੂ ਹੈ। ਗੁਰੂ ਦੇ ਉੱਤੇ ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਗੁਰੂ ਜਿਹੜਾ ਉਹ ਕਿਵੇਂ ਸਿੱਖ ਦੀ ਜਿਹੜੀ ਹੈ ਪ੍ਰਤੀਪਾਲਨਾ ਕਰਦਾ। ਸਾਡੇ ਸਾਹਮਣੇ ਜੋਗਾ ਸਿੰਘ ਦੀ ਐਗਜ਼ੈਂਪਲ ਹੈ ਇਤਿਹਾਸ ਦੇ ਵਿੱਚ, ਕਿ ਗੁਰੂ ਨੇ ਕਿਵੇਂ ਉਹਨੂੰ ਵੇਸਵਾ ਦੇ ਕੋਠੇ ਤੇ ਜਾਣ ਤੋਂ ਪਹਿਰੇਦਾਰ ਬਣ ਕੇ ਰੋਕਿਆ ਸੀ। ਗੁਰੂ ਆਪਣੇ ਸਿੱਖ ਨੂੰ ਹਰ ਹਾਲਤ ਦੇ ਵਿੱਚ ਬਚਾਉਂਦਾ। ਔਰ ਜਿਹੜਾ ਮਨ ਹੈ ਇਹਦੇ ਉੱਤੇ ਵੀ ਜਿਹੜਾ ਜੇ ਗੁਰੂ ਮਿਹਰ ਕਰੇ ਤੇ ਬਹੁਤ ਛੇਤੀ ਜਿਹੜੀ ਹੈ ਇਹਦੇ ਉੱਤੇ ਕੰਟਰੋਲ ਹੋ ਜਾਂਦਾ। ਜਬ ਗੁਰ ਮਿਲਿਆ ਤਬ ਮਨ ਵਸ ਆਇਆ। ਜਿਉਂ ਹੀ ਗੁਰੂ ਦੇ ਨਾਲ ਮਿਲਾਪ ਹੁੰਦਾ, ਦੇਖੋ ਮਿਲਾਪ ਕੋਈ ਇਹ ਨਹੀਂ ਹੈ ਕਿ ਸਰੀਰ ਦਾ ਸਰੀਰ ਨਾਲ ਮਿਲਾਪ, ਦੇਹਧਾਰੀ ਦਾ ਦੇਹਧਾਰੀ ਨਾਲ ਮਿਲਾਪ ਹੋ ਗਿਆ ਤੇ ਮਨ ਵਸ ਵਿੱਚ ਆ ਜਾਏਗਾ। ਅਸੀਂ ਬਥੇਰੇ ਵੇਖੇ ਆ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਕਹਿੰਦੇ ਅਸੀਂ ਗੁਰੂ ਵਾਲੇ ਆ, ਪਰ ਮਨ ਦੇ ਉੱਤੇ ਕੰਟਰੋਲ ਕੋਈ ਨਹੀਂ। ਸਹੀ ਅਰਥਾਂ ਦੇ ਵਿੱਚ ਜਦੋਂ ਤੱਕ ਮਨ ਨੂੰ ਅਸੀਂ ਆਪਣੇ ਮਨ ਦੇ ਵਿੱਚ ਗੁਰੂ ਨੂੰ ਨਹੀਂ ਵਸਾਉਂਦੇ, ਉਦੋਂ ਤੱਕ ਇਹ ਅਵਸਥਾ ਜਿਹੜੀ ਹੈ ਉਹ ਨਹੀਂ ਆਉਂਦੀ। ਔਰ ਗੁਰੂ ਕਿਸ ਤਰੀਕੇ ਨਾਲ ਕਰਦਾ? ਸ਼ਬਦ ਦੇ ਦੁਆਰਾ ਉਹ ਤਰੀਕਾ ਦੱਸਦਾ। ਸ਼ਬਦ ਕੀ ਹੈ, ਨਾਮ ਕੀ ਹੈ, ਥੋੜਾ ਜਿਹਾ ਕਈ ਵਾਰੀ ਭੁਲੇਖਾ ਪੈ ਜਾਂਦਾ ਕਿ ਸ਼ਾਇਦ ਕੋਈ ਖਾਸ ਸ਼ਬਦ ਦਾ ਉਚਾਰਨ ਕਰਨਾ, ਜਾਪ ਕਰਨਾ ਹੀ ਨਾਮ ਹੈ। ਨਹੀਂ, ਨਾਮ ਸ਼ਬਦ ਇਹ ਜਿੰਨੇ ਵੀ ਇਸ ਤਰ੍ਹਾਂ ਦੇ ਟਰਮਨੋਲੋਜੀ ਆਈ ਹੈ, ਇਹਦਾ ਮਤਲਬ ਜੋ ਮੈਨੂੰ ਸਮਝ ਆਈ ਹੈ ਉਹ ਗੁਰ ਉਪਦੇਸ਼ ਹੈ। ਜੋ ਗੁਰੂ ਨੇ ਰਸਤਾ ਦੱਸਿਆ ਹੈ ਉਹਦੇ ਮੁਤਾਬਕ ਚੱਲਣਾ ਹੀ ਨਾਮ ਹੈ, ਉਹਦੇ ਮੁਤਾਬਕ ਚੱਲਣਾ ਹੀ ਸ਼ਬਦ ਦੀ ਸਾਧਨਾ ਹੈ। ਕਈ ਇਹੋ ਜਿਹੇ ਅਸੀਂ ਬੰਦਿਆਂ ਦੇ ਬਾਰੇ ਸੁਣਿਆ, ਮਹਾਂਪੁਰਸ਼ਾਂ ਦੇ ਬਾਰੇ ਸੁਣਿਆ, ਜਿਹੜੇ ਥੋੜ੍ਹੇ ਸਾਲਾਂ ਬਾਅਦ ਕਹਿਣ ਲੱਗ ਪਏ ਕਿ ਅਸੀਂ ਹੁਣ ਬਾਣੀ ਨਹੀਂ ਪੜ੍ਹਨੀ, ਅਸੀਂ ਹੁਣ ਨਾਮ ਜਪਣਾ। ਉਹ ਇਹ ਕਹਿਣ ਲੱਗ ਪਏ, ਜਾਂ ਕੁਛ ਇਹੋ ਜਿਹੀਆਂ ਦੇਹਧਾਰੀ ਡੇਰਿਆਂ ਦੀਆਂ ਸੰਸਥਾਵਾਂ ਵੀ ਇਹੋ ਜਿਹਾ ਪ੍ਰਚਾਰ ਕਰਦੀਆਂ, ਸਿੱਖਾਂ ਨੂੰ ਗੁੰਮਰਾਹ ਕਰਦੀਆਂ ਕਿ ਬਾਣੀ ਤਾਂ ਸਾਨੂੰ ਨਾਮ ਜਪਣ ਦਾ ਉਪਦੇਸ਼ ਦਿੰਦੀ ਹੈ ਤੇ ਤੁਸੀਂ ਬਾਣੀ ਪੜ੍ਹੀ ਜਾਂਦੇ ਹੋ। ਉਹ ਕਹਿੰਦੇ ਬਾਣੀ ਰਸਤਾ ਦੱਸਦੀ ਹੈ, ਰਸਤੇ ਤੇ ਚੱਲੋ, ਬਾਣੀ ਦੇ ਨਾਲ ਹੀ ਨਾ ਜੁੜ ਜਾਓ, ਬਾਣੀ ਤੱਕ ਹੀ ਨਾ ਅਟਕ ਜਾਓ, ਨਾਮ ਜਪੋ ਨਾਮ। ਕਈ ਡੇਰੇ ਹੁਣ ਸਿੱਧਾ ਕਹਿਣ ਲੱਗ ਪਏ ਬਾਣੀ ਪੜ੍ਹਨ ਦੀ ਲੋੜ ਨਹੀਂ, ਨਾਮ ਜਪੋ ਜੀ, ਵਾਹਿਗੁਰੂ 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 ਕਰੋ। ਇਹ ਸਿੱਖ ਨੂੰ ਬਾਣੀ ਤੋਂ ਤੋੜਨ ਦਾ ਬੜਾ ਵੱਡਾ ਛਡਯੰਤਰ ਕਿ ਸਿੱਖ ਨੂੰ ਬਾਣੀ ਨਾਲੋਂ ਤੋੜਿਆ ਜਾਵੇ। ਬਾਣੀ, ਨਾਮ ਤੇ ਸ਼ਬਦ ਕੋਈ ਵੱਖਰੀਆਂ ਵੱਖਰੀਆਂ ਚੀਜ਼ਾਂ ਨਹੀਂ ਨੇ। ਜਿਹੜੇ ਸਿੱਖ ਨੇ ਬਾਣੀ ਪੜ੍ਹ ਲਈ, ਉਹਨੇ ਨਾਮ ਜਪ ਲਿਆ, ਉਹਨੇ ਸ਼ਬਦ ਦੀ ਸਾਧਨਾ ਕਰ ਲਈ। ਸਾਡੇ ਤਾਂ ਮੁਹਾਵਰਾ ਹੀ ਇਹ ਹੈ, ਅਸੀਂ ਬਾਣੀ ਨੂੰ ਸ਼ਬਦ ਹੀ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸ਼ਬਦ ਅਵਤਾਰ ਕਹਿੰਦੇ ਹਾਂ। ਇਸ ਕਰਕੇ ਇਹ ਕੋਈ ਵੱਖਰੀ ਵੱਖਰੀ ਟਰਮ ਨਹੀਂ ਹੈ, ਕੋਈ ਵੱਖਰੀ ਵੱਖਰੀ ਚੀਜ਼ ਨਹੀਂ ਹੈ। ਤੋ ਸ਼ਬਦ ਦੇ ਦੁਆਰਾ ਜਿਹੜਾ ਉਹ ਗੁਰੂ ਜਿਹੜਾ ਸਾਡੇ ਮਨ ਨੂੰ ਕੰਟਰੋਲ ਕਰਦਾ। ਸੁਖਮਨੀ ਸਾਹਿਬ ਜੇ ਫਰਮਾਇਆ ਗਿਆ, ਜੋ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਇਸੇ ਤਰੀਕੇ ਦੇ ਨਾਲ ਇੱਕ ਹੋਰ ਪ੍ਰਮਾਣ ਹੈ ਮਹੱਲਾ ਚੌਥਾ ਦਾ, ਵਿਣ ਮਨ ਮਾਰੇ ਕੋਏ ਨਾ ਸਿਜਹੀ, ਵੇਖੋ ਕੋ ਲਿਵ ਲਾਏ, ਭੇਖ ਧਾਰੀ ਤੀਰਥੀ ਭਵ ਥੱਕੇ। ਭਾਵੇਂ ਜਿੰਨੇ ਮਰਜੀ ਭੇਖ ਕਰ ਲੋ, ਤੀਰਥਾਂ ਦੇ ਇਸ਼ਨਾਨ ਕਰ ਲੋ, ਨਾ ਇਹ ਮਨ ਮਾਰਿਆ ਜਾਏ। ਇਹ ਮਨ ਨਹੀਂ ਮਰਦਾ। ਗੁਰਮੁਖ ਇਹੋ ਮਨ ਜੀਵਤ ਮਰੈ,
सच रहे लिवलाए, नानक इस मन की मल इयों उतरै, हौमै शब्द जलाए। शब्द जिहड़ा ਉਹ ਹਉਮੈ ਨੂੰ ਮਿਟਾ ਕੇ ਮਨ ਨੂੰ ਪਵਿੱਤਰ ਕਰ ਦਿੰਦਾ ਤੇ ਮਨ ਵਿੱਚ ਪ੍ਰਮਾਤਮਾ ਜਿਹੜਾ ਇਸ ਤਰੀਕੇ ਨਾਲ ਟਿਕ ਜਾਂਦਾ। ਅਸੀਂ ਕਹਿੰਦੇ ਹਾਂ ਕਿ ਗੁਰਮਤਿ ਸਹਿਜ ਦਾ ਮਾਰਗ ਹੈ। ਸਹਿਜ ਦਾ ਮਾਰਗ ਦਾ ਕੀ ਮਤਲਬ ਹੈ ਕਿ ਅਸੀਂ ਕੋਈ ਪੁੱਠੇ ਨਹੀਂ ਲਟਕਣਾ। ਗੁਰਮਤਿ ਸਾਨੂੰ ਸਿਖਾਉਂਦੀ ਹੈ ਕਿ ਵਰਤ ਰੱਖਣ ਦੀ ਲੋੜ ਨਹੀਂ, ਭੁੱਖਿਆਂ ਰਹਿਣ ਦੀ ਲੋੜ ਨਹੀਂ, ਨੰਗੇ ਪੈਰੀ ਗੁਰਦੁਆਰੇ ਜਾਣ ਦੀ ਲੋੜ ਨਹੀਂ, ਆਪਣੇ ਆਪ ਨੂੰ ਕਸ਼ਟ ਨਾ ਦਿਓ। ਵਾਹਿਗੁਰੂ ਦੀ ਭਗਤੀ ਜਿਹੜੀ ਹੈ ਉਹਦੇ ਲਈ ਕੋਈ ਅਡੰਬਰ ਕਰਨ ਦੀ ਲੋੜ ਨਹੀਂ। ਕਿਸੇ ਤਰ੍ਹਾਂ ਦੇ ਪ੍ਰਾਣਾਯਾਮ ਤੇ ਜਾਂ ਜਿੱਦਾਂ ਦੀਆਂ ਕੱਲ੍ਹ ਅਸੀਂ ਸਾਧਨਾਵਾਂ ਦੀ ਗੱਲ ਕਰ ਰਹੇ ਸੀ ਉਹ ਕਰਨ ਦੀ ਲੋੜ ਨਹੀਂ। ਬੜੇ ਆਰਾਮ ਨਾਲ ਸਹਿਜ ਨਾਲ ਗ੍ਰਸਤੀ ਹੁੰਦਿਆਂ ਵੀ ਤੁਸੀਂ ਆਪਣੇ ਸਮਾਜਿਕ ਕੰਮਕਾਰ ਕਰਦਿਆਂ ਵੀ ਤੁਹਾਨੂੰ ਜੰਗਲਾਂ ਪਹਾੜਾਂ 'ਚ ਜਾਣ ਦੀ ਲੋੜ ਨਹੀਂ। ਤੁਸੀਂ ਘਰ ਬੈਠਿਆਂ ਹੀ ਇਹ ਪ੍ਰਾਪਤੀ ਕਰ ਸਕਦੇ ਹੋ। ਪਰ ਕਦੇ ਕਦੇ ਨਾ ਮਨ ਨੂੰ ਵਸ 'ਚ ਕਰਨ ਲਈ ਸਖਤੀ ਕਰਨੀ ਪੈਂਦੀ ਹੈ, ਕਿਉਂਕਿ ਮਨ ਤਾਂ ਸਵੇਰੇ ਮੰਨ ਲਓ ਉੱਠਣਾ ਇਹ ਘੌਲ ਕਰ ਜਾਂਦਾ, ਸੁਸਤੀ ਵਿਖਾ ਜਾਂਦਾ ਕਿ ਨਹੀਂ ਹੁਣ ਤਾਂ ਸੌਣ ਦਾ ਮਜ਼ਾ ਆਉਣ ਲੱਗਾ, ਹੁਣ ਨਹੀਂ ਉੱਠਣਾ, ਆਪਾਂ ਨਿਤਨੇਮ ਦਾ ਪਾਠ ਕੋਈ ਨਹੀਂ ਕਰ ਲਾਂਗੇ 7 ਵਜੇ ਉੱਠ ਕੇ। ਤਾਂ ਮਨ ਜਿਹੜਾ ਨਾ ਇਹ ਤਾਂ ਸਾਨੂੰ ਹਰ ਵੇਲੇ ਪਿਛਾਂਹ ਨੂੰ ਲੈ ਕੇ ਜਾਂਦਾ। ਇਸ ਕਰਕੇ ਇਸ ਮਨ ਦੇ ਉੱਤੇ ਕਦੇ ਕਦੇ ਸਖਤੀ ਕਰ ਲੈਣੀ ਚਾਹੀਦੀ ਹੈ। ਇਹ ਕੋਈ ਸਹਿਜ ਦੇ ਵਿਰੋਧੀ ਚੀਜ਼ ਨਹੀਂ। ਸਹਿਜ ਦਾ ਮਤਲਬ ਬਿਲਕੁਲ ਇਹ ਨਹੀਂ ਕਿ ਉੱਪਰੋਂ ਛਾਲ ਮਾਰ ਦਿਓ ਤੇ ਤੁਸੀਂ ਬਚ ਜਾਓਗੇ। ਨੋ, ਕੋਈ ਰਸਤਾ ਨਹੀਂ ਹੈਗਾ। ਹੱਡ ਪੈਰ ਟੁੱਟਣਗੇ ਜ਼ਰੂਰ। ਤੋ ਆਪਣੇ ਆਪ ਨੂੰ ਰੋਕਣਾ ਡਿੱਗਣ ਤੋਂ। ਇਹ ਮਨੂਆ ਦ੍ਰਿੜ ਕਰ ਰੱਖੀਏ। ਦ੍ਰਿੜ ਕਰ ਰੱਖੀਏ ਦਾ ਮਤਲਬ ਇਹਦੇ ਤੇ ਸਖਤੀ ਰੱਖੋ, ਚਾਬੁਕ ਰੱਖੋ ਇਹਦੇ ਤੇ। ਜੇ ਚਾਬੁਕ ਨਹੀਂ ਰੱਖੋਗੇ ਇਹ ਅਥਰਾ ਘੋੜਾ ਹੈ, ਇਹ ਪਤਾ ਨਹੀਂ ਕਿੱਧਰ ਨੂੰ ਭੱਜੇਗਾ। ਇਹ ਮਨੂਆ ਦ੍ਰਿੜ ਕਰ ਰੱਖੀਏ, ਗੁਰਮੁਖ ਲਾਈਏ ਚਿੱਤ, ਕਿਉਂ ਸਾਸ ਗਿਰਾਸ ਵਿਸਾਰੀਏ, ਬਹਿੰਦਿਆਂ ਉੱਠਦਿਆਂ ਨਿਤ। ਇਹ ਥੋੜੀ ਜਿਹੀ ਸਖਤੀ ਇਹਦੇ ਤੇ ਕਰਨੀ ਪਏਗੀ। ਜੇ ਇਹਦਾ ਕਹਿੰਦਾ ਕਿ ਦਿਲ ਕਰਦਾ ਸ਼ਰਾਬ ਪੀਣ ਨੂੰ ਤੇ ਥੋੜੀ ਸਖਤੀ ਕਰਨੀ ਪਏਗੀ ਆਪਣੇ ਆਪ ਦੇ ਉੱਤੇ ਕਿ ਨਹੀਂ ਮੈਂ ਪੀਣੀ। ਜੇ ਮਾੜਾ ਜਿਹਾ ਵੀ ਇਹਨੂੰ ਢਿੱਲਾ ਛੱਡ ਦਿਓਗੇ ਇਹ ਬੋਤਲ ਲੱਭ ਲਏਗਾ, ਆਪਣਾ ਸਾਥੀ ਕੋਈ ਲੱਭ ਲਏਗਾ ਬਹਿਣ ਵਾਸਤੇ। ਤੋ ਇਹ ਸਖਤੀ ਕਰਨੀ ਪਏਗੀ, ਸੈਲਫ ਡਿਸਿਪਲਿਨ ਜਿਹੜਾ ਲਾਗੂ ਕਰਨਾ ਪਏਗਾ। ਔਰ ਗਿਆਨ ਬਹੁਤ ਵੱਡਾ ਸਾਧਨ ਹੈ ਮਨ ਨੂੰ ਸਮਝਾਉਣ ਵਾਸਤੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ। ਜਦੋਂ ਗੁਰੂ ਦੀ ਮੱਤ ਦੀ ਸਮਝ ਆ ਜਾਂਦੀ ਹੈ ਤੇ ਗੁਰੂ ਦਾ ਜੋ ਦੱਸਿਆ ਮਾਰਗ ਹੈ ਉਹਦੀ ਸਮਝ ਆ ਜਾਂਦੀ ਹੈ ਕਿ ਇਹ ਮੇਰੇ ਲਈ, ਮੇਰੇ ਪਰਿਵਾਰ ਲਈ, ਮੇਰੇ ਸਮਾਜ ਲਈ ਇਹ ਸਹਾਈ ਹੈ। ਜਿਹੜੀਆਂ ਮੈਂ ਮਨਮਤੀਆਂ ਕਰਦਾ ਇਹਦਾ ਮੈਨੂੰ ਵੀ ਨੁਕਸਾਨ ਹੋ ਰਿਹਾ, ਮੇਰੇ ਪਰਿਵਾਰ ਨੂੰ ਵੀ ਨੁਕਸਾਨ ਹੋ ਰਿਹਾ, ਸਮਾਜ ਨੂੰ ਵੀ ਨੁਕਸਾਨ ਹੋ ਰਿਹਾ। ਇਹ ਚੀਜ਼ਾਂ ਮੈਨੂੰ ਕਰਨੀਆਂ ਚਾਹੀਦੀਆਂ ਨੇ, ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਉਹ ਫਿਰ ਜਦੋਂ ਇਹੋ ਜਿਹਾ ਗਿਆਨ ਹੋ ਜਾਂਦਾ, ਸਦ ਬੁੱਧੀ ਹੋ ਜਾਂਦੀ ਹੈ, ਜਦੋਂ ਵਿਵੇਕ ਬੁੱਧੀ ਜਦੋਂ ਸਟਰੋਂਗ ਹੋ ਜਾਂਦੀ ਹੈ ਬੰਦੇ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਆਮ ਅੱਜ ਕੱਲ੍ਹ ਦੀ ਸ਼ਬਦਾਵਲੀ ਦੇ ਵਿੱਚ ਵਿਲ ਪਾਵਰ ਸਟਰੋਂਗ ਹੋ ਜਾਂਦੀ ਹੈ। ਫਿਰ ਅਸੀਂ ਜੋ ਚਾਹੁੰਦੇ ਹਾਂ ਨਾ ਉਹ ਹੁੰਦਾ। ਅਸੀਂ ਮਨ ਦੇ ਗੁਲਾਮ ਨਹੀਂ ਰਹਿ ਜਾਂਦੇ, ਅਸੀਂ ਮਨ ਦੇ ਉੱਤੇ ਕੰਟਰੋਲ ਕਰ ਲੈਂਦੇ ਹਾਂ। ਜਿੱਦਾਂ ਅਸੀਂ ਕਹਾਂਗੇ ਡਰਾਈਵਰ ਉੱਥੇ ਲੈ ਕੇ ਜਾਏਗਾ। ਅਸੀਂ ਜੇ ਡਰਾਈਵਰ ਨੂੰ ਕਿਹਾ ਕਿ ਬੰਗਲਾ ਸਾਹਿਬ ਜਾਣਾ ਤੇ ਡਰਾਈਵਰ ਆਪਣੀ ਮਰਜ਼ੀ ਦੇ ਨਾਲ ਸਾਨੂੰ ਅੱਪੂ ਘਰ ਨਹੀਂ ਲੈ ਜਾਏਗਾ। ਸਾਡੇ ਨਾਲ ਹਸ਼ਰ ਇਹ ਹੋ ਰਿਹਾ, ਅਸੀਂ ਚਾਹੁੰਦੇ ਹਾਂ ਕਿ ਬੰਗਲਾ ਸਾਹਿਬ ਜਾਈਏ, ਉਹ ਅੱਪੂ ਘਰ ਲੈ ਜਾਂਦਾ ਕਿਉਂਕਿ ਉਹਦੇ ਉੱਤੇ ਕੰਟਰੋਲ ਨਹੀਂ। ਤਾਂ ਫਿਰ ਪੂਰਾ ਨਿਯੰਤਰਣ ਹੋ ਜਾਏਗਾ ਡਰਾਈਵਰ ਦੇ ਉੱਤੇ। ਔਰ ਸੰਗਤ ਦਾ ਬੜਾ ਅਸਰ ਹੈ। ਜੈਸੀ ਸੰਗਤ ਵੈਸੀ ਰੰਗਤ, ਭਾਈ ਸਾਹਿਬ ਨੇ ਪਿੱਛੇ ਬੈਠੇ ਬੋਲਿਆ। ਕਹਿੰਦਾ ਬੰਦੇ ਦੀ ਪਰਸਨੈਲਿਟੀ ਜਿਹੜੀ ਹੈ ਨਾ ਉਹਦੇ ਦੋਸਤਾਂ ਯਾਰਾਂ ਕੰਪਨੀ ਤੋਂ ਪਛਾਣੀ ਜਾਂਦੀ ਹੈ। ਜਿੱਦਾਂ ਦੇ ਲੋਕਾਂ 'ਚੋਂ ਬਹਿੰਦਾ, ਜੇ ਸ਼ਰਾਬੀਆਂ 'ਚ ਬਹਿਣ ਵਾਲਾ ਬੰਦਾ ਤੇ ਤੁਸੀਂ ਸਮਝ ਸਕਦੇ ਹੋ ਇਹ ਸ਼ਰਾਬ ਪੀਂਦਾ ਹੋਏਗਾ। ਜੇ ਨਾਮ ਅਭਿਆਸੀਆਂ 'ਚ ਰਹਿਣ ਵਾਲਾ ਬੰਦਾ ਉਹ ਗੁਰਮੁਖਾਂ ਦੇ ਨਾਲ ਬਹਿੰਦਾ, ਪਤਾ ਲੱਗ ਜਾਏਗਾ ਇਹ ਗੁਰਮੁਖ ਆਦਮੀ ਹੈ, ਗੁਰੂ ਘਰ ਨਾਲ ਪ੍ਰੇਮ ਹੈ। ਸੰਗਤ ਤੋਂ ਪਛਾਣਿਆ ਜਾਂਦਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਬਹੁਤੀ ਵਾਰੀ। ਤੋ ਸੰਗਤ ਜਿਹੜੀ ਹੈ
ਇਹ ਵੀ ਜਿਹੜੀ ਹੈ ਮਨੁੱਖ ਨੂੰ किस पासे जाना है किस पासे नहीं जाना चाहिए ये सिक्ख्या देने दे विच सहाई हुंदी है। इसे करके गुरु साहब ने गुरबाणी दे विच संगत की बड़ी महिमा की है। और महला पंजवां दा एक प्रमाण है, साध संग मन सोवत जागे। संगत दे विच जिहड़ा सुत्ता होया मन है ना, उहनूं होश आउंदी है, टिकाणे आउंदा वो मन। तब प्रभ नानक मीठे लागे। फिर परमात्मा दे नाल उहनूं प्रीति पै जांदी है, प्रेम पै जांदा है। फिर उहदे मुताबक जिहड़ा अपना जीवन ढाल लैंदा। अरदास दे विच असीं एक गल रोज़ पढ़दे हां, सिखां दा मन नीवा मत उच्ची। मन नीवा करना बड़ा जरूरी है। जिवें मैं कल कहा सी, असीं छोटी छोटी गल पिछे होमे बनाई हुई है। एक ये मन उच्चा रखा होया, मत नूं असीं थल्ले कीता होया। परंतु गुरु का मार्ग जिहड़ा ये उल्टा है, वो कहता नहीं, मन नीवा करना है ते मत उच्ची करनी। मन बच कर्म, ये तीन शब्द भी जिहड़े ने बड़े इंपॉर्टेंट ने। बचन अते कर्म। मन इस तरह काम करे कि कथनी ते करनी दे विच कोई अंतर ना रहे। जो असी कह रहे हैं बचन, साडे कर्म भी उस तरह के हो जाण, तां असी मन्नांगे कि साडा मन कंट्रोल दे विच है। एक टैसट है कि मन कंट्रोल च होया कि नहीं। और सब तो वड्डी गल है, जदों तक असी संपूर्ण समर्पण नहीं करते गुरु दे, ये मन जिहड़ा नीवा नहीं हुंदा। तन मन धन सब सौंप गुर को हुक्म मनिए पाइए। रजा दे विच जदों उहदे भाणे दे विच चलण दी जाच आ जाएगी, तां जाके ये मन जिहड़ा ये वस विच आउंदा। अदरवाइज ये सानू सारी जिंदगी जिहड़ा वो भटकाई फिरदा। और एक बड़ा इंपॉर्टेंट होर साधन है गुरमत दे विच सेवा का। ज्यों ज्यों असी सेवा करांगे, साडा मन चमकदा जाएगा। जिहड़ी इस मन को मल लागी है ना, जन्म जन्म की इस मन को मल लागी, काला हुआ स्या। कहते ज्यों ज्यों लंगर दे विच सिख झूठे बर्तन मांजदा है ना, ज्यों ज्यों झूठे बर्तनां दे उत्ते चमक आउंदी है, त्यों त्यों इहदा मन सेवा करदियां चमकण लग जांदा। वो कालख जिहड़ी है जन्मां जन्मां दी मैल जिहड़ी है वो उतरनी शुरू हो जाती है। इस करके गुरुद्वारियां दे विच सेवा के बहुत सारे मौके दिते गए हैं। लंगर दे विच सेवा करो, प्रशादे बनाने, आटा गुन्नना, वरताउणा, झूठे बर्तन मांजने, गुरुद्वारियां दे विच पोचे लाने, झाड़ू लाने। हुण तां बड़ी अजीब स्थिति पैदा हो गई। ईवन के पिंडां दे विच भी, शहरां 'च ते गल छड्ड दिओ, क्योंकि बीबियां ब्यूटी पार्लर ते जाके गुरपुरब ते आउंदियां, ते उन्हां ने तां चुल्हे दे अगे बहना नहीं लंगर पकाउण लई। पिंडां दे विच भी इत्थों तक हो गई है गल, असीं इन्ने एडवांस हो गए हैं कि हत्थीं सेवा करन दी थां ते दिहाड़ीदार बीबियां कोलों लंगर पकवाया जा रहा। जां कहा जाता जी गुरुद्वारियां वालियां कोल किहड़े पैसे नहीं हैगे, लंगर पकाउण वालियां मशीनां ला लो। देखो, बाणी दे विच पक्खा फेरना, पानी ढोना, ये सारियां सेवावां लिखियां हुई। होर किहड़ी सेवा? पक्खा, चक्की चक्की चलाउणी, ये बाणी दे विच दस्सिया होया कि ये सेवावां ये गुरुद्वारियां च क्यों जरूरी ने जां क्यों रखियां हुई। गुरुद्वारा सिख धर्म की वर्कशाप आ, प्रयोगशाला आ। उत्थे जो सिद्धांत है ना, उन्होंने प्रैक्टिकली करन दा एक साधन मुहैया कराया जाता कि उत्थे आउणगे सेवा करनगे।
ਤਾਂ ਮਤਲਬ ਇਹ ਨਹੀਂ ਕਿ ਸਿਰਫ ਗੁਰਦੁਆਰੇ 'ਚ ਹੀ ਸੇਵਾ ਕਰਨੀ ਹੈ। ਹੁਣ ਗੁਰਦੁਆਰੇ 'ਚ ਅਸੀਂ ਕਈ ਵਾਰੀ ਭਾਂਡੇ ਮਾਂਜ ਆਉਂਦੇ ਹਾਂ, ਪਰ ਘਰ ਭਾਂਡੇ ਮਾਂਜਣ ਵਾਲੀ ਨੌਕਰਾਣੀ ਰੱਖੀ ਹੈ। ਉੱਥੇ ਅਸੀਂ ਜਲ ਦੀਆਂ ਛਬੀਲਾਂ ਦੀ ਸੇਵਾ ਕਰਦੇ ਹਾਂ, ਬੜੇ ਪਿਆਰ ਦੇ ਨਾਲ ਆਉਣ ਵਾਲੀਆਂ ਸੰਗਤਾਂ ਨੂੰ ਪਾਣੀ ਭਰ ਭਰ ਕੇ ਗਲਾਸ ਦੇ ਰਹੇ ਹਾਂ। ਤੇ ਘਰ ਜੇ ਕਿਸੇ ਨੇ ਮੰਗ ਲਿਆ ਪਾਣੀ ਤੇ ਲੋਕੀ ਕਹਿੰਦੇ ਤੇਰੇ ਹੱਥ ਟੁੱਟੇ ਆ, ਆਪੇ ਲੈ ਲਾ। ਤੋ ਇਹ ਜਿਹੜੀ ਵਰਕਸ਼ਾਪ ਹੈ, ਇਹਨੂੰ ਸਿਰਫ ਉੱਥੋਂ ਤੱਕ ਨਹੀਂ ਇਹੀ ਰੱਖਣਾ, ਸਾਡੇ ਘਰ ਜਿਹੜੇ ਨੇ ਉਹ ਗੁਰਦੁਆਰੇ ਬਣ ਜਾਣ। ਗੁਰੂ ਨਾਨਕ ਸਾਹਿਬ ਨੇ ਆਦਰਸ਼ ਜਿਹੜਾ ਦਿੱਤਾ, ਘਰ ਘਰ ਹੋਵੇ ਧਰਮਸਾਲ, ਉਹ ਇਸੇ ਕਰਕੇ ਦਿੱਤਾ ਸੀ ਕਿ ਜੋ ਐਟੀਟਿਊਡ ਸਾਡਾ ਗੁਰਦੁਆਰੇ ਦੇ ਵਿੱਚ ਹੁੰਦਾ, ਉਹੀ ਐਟੀਟਿਊਡ ਸਾਡਾ ਜਿਹੜਾ ਸੁਸਾਇਟੀ ਦੇ ਵਿੱਚ ਵਿਚਰਦਿਆਂ ਰਹਿਣਾ ਚਾਹੀਦਾ, ਉਹੀ ਐਟੀਟਿਊਡ ਸਾਡਾ ਘਰ ਦੇ ਵਿੱਚ ਹੋਣਾ ਚਾਹੀਦਾ। ਤਾਂ ਸਾਡਾ ਗੁਰਦੁਆਰੇ ਗਿਆਨ ਸਫਲਾ ਹੈ। ਅਦਰਵਾਈਜ਼ ਇਹ ਵੀ ਇੱਕ ਕਰਮਕਾਂਡ ਹੈ, ਰਿਚੁਅਲ ਹੈ। ਉੱਥੇ ਤੁਸੀਂ ਘੜੀ ਦੀ ਘੜੀ ਜਾ ਕੇ ਤੇ ਆਪਣਾ ਇੱਕ ਫਾਰਮੈਲਿਟੀ ਪੂਰੀ ਕਰਕੇ ਆ ਜਾਂਦੇ ਹੋ, ਇਹ ਹਉਮੈ ਵਧਾ ਲੈਂਦੇ ਹੋ, ਔਰ 10 ਬੰਦਿਆਂ ਨੂੰ ਦੱਸਦੇ ਹੋ ਬਾਅਦ ਵਿੱਚ ਕਿ ਮੈਂ ਗੁਰਦੁਆਰੇ ਗਿਆ, ਅੱਜ ਮੈਂ ਸੇਵਾ ਕੀਤੀ। ਤੋ ਘਰ ਦੇ ਵਿੱਚ ਵੀ ਤੁਹਾਡੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਲੱਗੇ ਕਿ ਇਹ ਵਾਕਈ ਇਹਦਾ ਘਰ ਵੀ ਐਟੀਟਿਊਡ ਇਹੋ ਜਿਹਾ। ਤੋ ਇਸ ਤਰੀਕੇ ਨਾਲ ਇਹ ਜਿਹੜਾ ਮਨ ਹੈ, ਇਹ ਸੇਵਾ ਦੇ ਮਾਧਿਅਮ ਦੇ ਰਾਹੀਂ ਬਹੁਤ ਛੇਤੀ ਵਸ ਵਿੱਚ ਆਉਂਦਾ। ਸਾਡੀ ਹਉਮੈ ਕਰਕੇ ਹੀ ਜਿਹੜਾ ਮਨ ਹੈ ਉਹ ਨਿਵਾਣ ਵਾਲੇ ਪਾਸੇ, ਗਲਤ ਪਾਸੇ ਸਾਨੂੰ ਲਿਜਾਂਦਾ। ਤੇ ਜੇ ਹਉਮੈ ਖਤਮ ਕਰਕੇ, ਸਿਰੇ ਦੀ ਗੱਲ ਇਹ ਹੈ ਜਿਹੜੀ ਗੁਰੂ ਸਾਹਿਬ ਨੇ ਮਾਰਗ ਦਿੱਤਾ, ਹਉਮੈ ਖਤਮ ਕਰਕੇ ਗੁਰੂ ਦੇ ਉਪਦੇਸ਼ ਅਨੁਸਾਰ ਸੁਚੇਤ ਰੂਪ ਵਿੱਚ ਚੱਲਣ ਦਾ ਜਿਸ ਦਿਨ ਇਹ ਜੀਵ ਫੈਸਲਾ ਕਰ ਲੈਂਦਾ, ਇਹਦਾ ਮਨ ਉਹੋ ਜਿਹਾ ਹੋ ਜਾਂਦਾ, ਮਨ ਤੂੰ ਜੋਤ ਸਰੂਪ ਹੈ। ਫਿਰ ਪਰਮਾਤਮਾ ਦੇ ਵਿੱਚ ਤੇ ਇਸ ਮਨ ਦੇ ਵਿੱਚ ਕੋਈ ਜਿਹੜਾ ਅੰਤਰ ਨਹੀਂ ਰਹਿੰਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕੇਵਲ ਲੋੜ ਹੈ ਇਹ ਹੈ ਕਿ ਅਸੀਂ ਥੋੜਾ ਜਿਹਾ ਅੰਤਰਮੁਖੀ ਹੋਈਏ। ਅਸੀਂ ਬਾਹਰ ਮੁਖੀ ਬਹੁਤ ਹਾਂ। ਸਾਰਾ ਦਿਨ ਸਵੇਰ ਤੋਂ ਉੱਠ ਕੇ ਰਾਤ 11 ਵਜੇ ਤੱਕ ਮੈਟਰੋ ਸਿਟੀ ਦੇ ਵਿੱਚ ਤੁਸੀਂ ਰਹਿ ਰਹੇ ਹੋ। ਇੱਥੇ ਤਾਂ 12 ਵਜੇ ਤੱਕ ਲੋਕੀ ਜਿਹੜੇ ਨੇ ਉਹ ਆਮ ਹੀ ਜਾਗਦੇ ਰਹਿੰਦੇ ਨੇ। ਮੈਂ ਦੇਖਿਆ ਜਿਹੜਾ 12-1 ਵਜੇ ਤੱਕ ਜਾਗਦਾ, ਕੁਦਰਤੀ ਹੈ 7-8 ਘੰਟੇ ਨੀਂਦ ਹਰ ਬੰਦੇ ਨੂੰ ਚਾਹੀਦੀ ਹੈ। ਉਹ ਜ਼ਰੂਰੀ ਗੱਲ ਹੈ ਕਿ ਸਵੇਰੇ 6 ਵਜੇ ਤੋਂ ਪਹਿਲਾਂ, 7 ਵਜੇ ਤੋਂ ਪਹਿਲਾਂ ਨਹੀਂ ਉੱਠੇਗਾ। 7 ਵਜੇ ਉੱਠ ਕੇ ਉਹਨੂੰ ਆਪਣੇ ਕੰਮਕਾਰ ਦੀ ਜਿਹੜੀ ਹੈ ਦੌੜ ਭੱਜ ਸ਼ੁਰੂ ਹੋ ਜਾਂਦੀ ਹੈ। ਉਹਦੇ ਕੋਲ ਅੱਜ ਦੇ ਮਨੁੱਖ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ, ਜਿਹੜੀ ਮੈਨੂੰ ਮਹਿਸੂਸ ਹੁੰਦੀ ਹੈ ਖੁਦ ਨੂੰ ਹੀ, ਕਿ ਮੇਰੇ ਕੋਲ ਦਫ਼ਤਰ ਲਈ ਟਾਈਮ ਹੈ, ਸੁਸਾਇਟੀ ਲਈ ਟਾਈਮ ਹੈ, ਪਰਿਵਾਰ ਲਈ ਵੀ ਟਾਈਮ ਹੈ, ਪਰ ਮੇਰੇ ਕੋਲ ਆਪਣੇ ਆਪ ਲਈ ਕੋਈ ਟਾਈਮ ਨਹੀਂ। ਆਪਣੇ ਬਾਰੇ ਮੈਂ ਸੋਚ ਹੀ ਨਹੀਂ ਰਿਹਾ ਕਿ ਮੈਂ ਇਸ ਵੇਲੇ ਕਿੱਥੇ ਪਹੁੰਚਿਆ ਹੋਇਆ। ਤੋ ਇਹਦੀ ਗੱਲ ਕੁਝ ਅਗਲੇ ਲੈਕਚਰ 'ਚ ਕਰਾਂਗੇ, ਜਿਹੜਾ ਮੈਨੇਜਮੈਂਟ ਦੇ ਉੱਤੇ ਹੈ, ਕਿ ਸੈਲਫ ਇਵੈਲੂਏਸ਼ਨ ਵੀ ਜਿਹੜੀ ਹੈ ਉਹ ਕਰਨੀ ਜੀਵਨ ਦੇ ਵਿੱਚ ਬੜੀ ਜ਼ਰੂਰੀ ਹੈ। ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ, ਅਗਲੇ ਲੈਕਚਰ 'ਚ ਫਿਰ ਇਕੱਠੇ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਸਾਹਿਬ। ਧੰਨਵਾਦ ਡਾਕਟਰ ਸਾਹਿਬ। ਪੂਰੇ ਲੈਕਚਰ ਵਿੱਚ ਡਾਕਟਰ ਸਾਹਿਬ ਨੇ ਜਿਹੜੀ ਮਨੁੱਖੀ ਮਨ ਦੀ ਗੁਰਬਾਣੀ ਨੂੰ ਆਧਾਰਿਤ ਸਾਡੇ ਨਾਲ ਗੱਲਾਂ ਕੀਤੀਆਂ, ਔਰ ਇਹ ਸੱਚ ਹੈ ਕਿ ਮਨੁੱਖ ਦੇ ਮਨ ਦੀਆਂ ਉਚਾਈਆਂ ਦੀ ਵੀ ਕੋਈ ਸੀਮਾ ਨਹੀਂ ਹੈ ਔਰ ਨਾ ਹੀ ਕੋਈ ਗਿਰਾਵਟ ਦੀ ਸੀਮਾ ਹੈ। ਜੇ ਮਨੁੱਖ ਦੇ ਵਿੱਚ ਉਚਾਈਆਂ ਤੇ ਪਹੁੰਚਣ ਦੀ ਅਪਾਰ ਸ਼ਕਤੀ ਹੈ, ਤਾਂ ਨੀਵਾਂ ਡਿੱਗਣ ਦੀ ਜਿਹੜੀ ਮੈਂਟੈਲਿਟੀ ਹੈ ਉਹ ਕਿੱਥੇ ਉਸ ਤੋਂ ਵੀ ਵੱਧ ਹੈ। ਔਰ ਇਹ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਨੂੰ ਅਗਰ ਅਸੀਂ ਚੱਲੀਏ ਇਸ ਦੀ ਗੱਲਾਂ ਤੇ, ਤਾਂ ਇਹ ਹੀ ਮਨ ਦੀ ਜਿਹੜੀ ਗਿਰਾਵਟ ਲਈ ਇੱਕ ਆਦਰਸ਼ ਰਾਹ ਸਾਡੇ ਵਿੱਚ ਹੈ। ਬੜੇ ਫਿਲੋਸਫਰ ਦੀ ਗੱਲ ਪੜ੍ਹੀ ਸੀ, ਮੈਂ ਬੈਠੇ ਬੈਠੇ ਹੀ ਖਿਆਲ ਆ ਗਿਆ ਕਿ ਉਹ ਕਹਿੰਦਾ ਕਿ ਜਿਹੜੇ ਖੂਬਸੂਰਤ ਖਿਆਲ ਨੇ, ਉਹ ਕਹਿੰਦਾ ਵੇਵਸ ਜਿਹੜੀਆਂ ਨੇ, ਖਿਆਲਾਂ ਦੀਆਂ ਵੇਵਸ, ਇਹ ਸਾਰੀਆਂ ਇਸ ਬ੍ਰਹਮੰਡ ਵਿੱਚ, ਸਪੇਸ ਵਿੱਚ ਘੁੰਮ ਰਹੀਆਂ ਨੇ ਖੂਬਸੂਰਤ ਹੋਠਾਂ ਦੀ ਤਲਾਸ਼ ਵਿੱਚ। ਔਰ ਕਹਿੰਦੇ ਨੇ ਕਿ ਇਹ ਉਹੀ ਉਹਨੂੰ ਕੈਚ ਕਰ ਪਾਉਂਦਾ ਜਿਹਦਾ ਮਨ ਜਿਹੜਾ ਪੋਲਿਊਟਡ ਨਹੀਂ ਹੁੰਦਾ। ਮੇਰੇ ਕੋਲ ਇੱਕ
ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇੱਕ ਡਾਕੂਮੈਂਟ ਹੈ, ਉਹ ਇੱਕ ਜਿਹੜੀ ਉਹ ਕਹਿੰਦੇ ਨੇ ਕਿ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਆਫ ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਜਿਹੜਾ ਵਿਧਾਨ ਹੈ ਉਹ ਇਹ ਕਹਿ ਰਿਹਾ ਹੈ ਕਿ ਹੈਲਥ ਜਿਹੜੀ ਹੈ, ਤੰਦਰੁਸਤੀ ਜਿਹੜੀ ਹੈ, ਇਹ ਤੰਦਰੁਸਤੀ ਇਹ ਹੀ ਨਹੀਂ ਕਿ ਬੰਦਾ ਬਿਮਾਰ ਹੈ ਜਾਂ ਕਮਜ਼ੋਰ ਹੈ। ਤੰਦਰੁਸਤ ਉਹ ਹੈ ਜਿਹੜਾ ਕਹਿੰਦਾ ਕਿ ਹੈਲਥ ਇਜ਼ ਅ ਸਟੇਟ ਟੂ ਕੰਪਲੀਟ ਫਿਜ਼ੀਕਲ, ਮੈਂਟਲ ਐਂਡ ਸੋਸ਼ਲ ਵੈਲਬੀਇੰਗ। ਜਿਹੜਾ ਸੋਸ਼ਲੀ ਤੌਰ ਤੇ ਵੀ, ਫਿਜ਼ੀਕਲੀ ਔਰ ਅਬਾਵ ਆਲ ਮੈਂਟਲੀ, ਮਨ ਦੇ ਤੌਰ ਤੇ ਵੀ ਜਿਹੜਾ ਹੈਲਦੀ ਰਹੇਗਾ, ਜਿਹਦਾ ਮਨ ਵੀ ਸਹੀ ਹੋਏਗਾ, ਉਹੀ ਕਹਿੰਦਾ ਕਿ ਬੰਦਾ ਜਿਹੜਾ ਹੈ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਕੋਰਡਿੰਗ ਉਹੀ ਬੰਦਾ ਜਿਹੜਾ ਹੈ ਉਹ ਹੈਲਦੀ ਹੈ। ਫਿਰ ਅੱਗੇ ਉਹ ਬੜੀ ਖੂਬਸੂਰਤ ਲਾਈਨ ਕਹਿੰਦਾ ਹੈ ਕਿ ਆਲ ਦੀਜ਼ ਐਸਪੈਕਟਸ ਇਮੋਸ਼ਨਲ, ਇਹ ਮਨ ਨਾਲ ਸੰਬੰਧਿਤ ਹੈ, ਫਿਜ਼ੀਕਲ ਐਂਡ ਸੋਸ਼ਲ ਮਸਟ ਫੰਕਸ਼ਨ ਟੂਗੈਦਰ ਟੂ ਅਚੀਵ ਓਵਰਆਲ ਹੈਲਥ। ਤੋ ਜਿਹੜੀ ਗੱਲ ਗੁਰੂ ਸਾਹਿਬ ਨੇ ਵੀ ਕਹੀ ਕਿ ਚੰਗੇ ਤਨ ਲਈ ਚੰਗੇ ਮਨ ਲਈ ਚੰਗੇ ਤਨ ਦੀ ਜ਼ਰੂਰਤ ਹੈ, ਗੁਰੂ ਅੰਗਦ ਸਾਹਿਬ ਨੇ ਅਖਾੜੇ ਵੀ ਇਸੇ ਲਈ ਸ਼ੁਰੂ ਕਰਵਾਏ ਸੀ। ਤੋ ਅਸੀਂ ਜਿਹੜੀ ਅੱਜ ਦੀ ਇਹ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਮਨ ਦੀ ਗੱਲ ਕੀਤੀ ਹੈ, ਕੋਸ਼ਿਸ਼ ਕਰੀਏ ਕਿ ਅਸੀਂ ਆਪਣੀਆਂ ਜਿਹੜੀਆਂ ਮਨ ਨੀਵਾਂ ਮਤ ਉੱਚੀ ਵਾਲੀ ਗੱਲ ਹੈ, ਔਰ ਇਹ ਕਿਤਨੀ ਖੂਬਸੂਰਤ ਇੱਕ ਐਸਪੈਕਟ ਹੈ, ਇਤਨਾ ਖੂਬਸੂਰਤ ਇਹ ਟਰਮ ਹੈਗੀ ਗੁਰਬਾਣੀ ਦੇ ਵਿੱਚ। ਬੜੇ ਸ਼ਬਦ ਤੁਹਾਨੂੰ ਗੁਰੂ ਦੱਸੇ ਵੀ ਨੇ ਪ੍ਰੋਫੈਸਰ ਡਾਕਟਰ ਸਾਹਿਬ ਨੇ ਕਿ ਜੇ ਤੁਸੀਂ ਖੁਸ਼ ਰਹੋਗੇ ਤੇ ਤੁਹਾਡਾ ਪਰਿਵਾਰ ਜਿਹੜਾ ਮਾਹੌਲ ਖੁਸ਼ ਰਹੇਗਾ, ਜੇ ਤੁਸੀਂ ਪਰਿਵਾਰ ਮਾਹੌਲ ਖੁਸ਼ ਰਹੇਗਾ ਤੇ ਫਿਰ ਸਾਡੀ ਸੁਸਾਇਟੀ ਖੁਸ਼ ਰਹੇਗੀ, ਸੁਸਾਇਟੀ ਖੁਸ਼ ਰਹੇਗੀ ਤਾਂ ਪੂਰਾ ਜਿਹੜਾ ਇਹ ਜਿਹੜੇ ਅਸੀਂ ਸੋਸ਼ਲ ਸਿਸਟਮ ਵਿੱਚ ਰਹਿ ਰਹੇ ਹਾਂ ਇੱਥੇ ਸਭ ਕੁਝ ਹੈਲਦੀ ਹੋਏਗਾ। ਹੁਣ ਟੀ ਬ੍ਰੇਕ ਹੈ ਜੀ, ਫਿਰ ਇਸ ਤੋਂ ਬਾਅਦ